ਧੰਨ ਵਾਹਿਗੁਰੂ ਜੀ। ਸੂਹੀ ਜੋ ਦਿਨ ਆਵਹਿ ਸੋ ਦਿਨ ਜਾਹੀ, ਕਰਨਾ ਕੂਚ ਰਹਿਨ ਥਿਰ ਨਾਹੀ। ਜੋ ਦਿਨ ਆਵਹਿ ਸੋ ਦਿਨ ਜਾਹੀ, ਕਰਨਾ ਕੂਚ ਰਹਿਨ ਥਿਰ ਨਾਹੀ। ਸੰਗ ਚਲਤ ਹੈ ਹਮ ਭੀ ਚਲਨਾ, ਦੂਰ ਗਵਨ ਸਿਰ ਉਪਰ ਮਰਨਾ। ਕਿਆ ਤੂੰ ਸੋਇਆ ਜਾਗ ਆਨਾ, ਤੈਂ ਜੀਵਨ ਜਗ ਸੱਚ ਕਰ ਜਾਨਾ ਰਹਾ। ਜਿਨ ਜੀਓ ਦੀਆ ਸੋ ਰਿਜ਼ਕ ਅੰਬਰ ਆਵੈ, ਸਭ ਘਟ ਭੀਤਰ ਹਾਟ ਚਲਾਵੈ। ਕਰ ਬੰਦਗੀ ਛਾੜ ਮੈਂ ਮੇਰਾ, ਹਿਰਦੈ ਨਾਮ ਸਮਾਰ ਸਵੇਰਾ। ਜਨਮ ਸਿਰਾਨੋ ਪੰਥ ਨਾ ਸਵਾਰਾ, ਸਾਂਝ ਪਰੀ ਦਾਹ ਦਿਸ ਅੰਧਿਆਰਾ। ਕਹਿ ਰਵਿਦਾਸ ਨਿਦਾਨ ਦੀਵਾਨੇ, ਚੇਤਸ ਨਾਹੀ ਦੁਨੀਆ ਫਨ ਖਾਨੇ। ਕਹਿ ਰਵਿਦਾਸ ਨਿਦਾਨ ਦੀਵਾਨੇ, ਚੇਤਸ ਨਾਹੀ ਦੁਨੀਆ ਫਨ ਖਾਨੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗਰੀਬ ਨਵਾਜ ਗੁਰੂ ਗ੍ਰੰਥ ਸਾਹਿਬ ਸਤਿਗੁਰਾਂ ਦੇ ਪਾਵਨ ਦਰਬਾਰ ਦੀਆਂ ਹਾਜ਼ਰੀਆਂ ਭਰ ਰਹੇ ਗੁਰੂ ਸਵਾਰੇ ਸਤ ਸੰਗੀ ਜਨੋ, ਅਕਾਲ ਪੁਰਖ ਜੀ ਨੇ ਅਪਾਰ ਬਖਸ਼ਿਸ਼ ਕਿਰਪਾ ਕੀਤੀ ਹੈ। ਗੁਰੂ ਸਾਹਿਬ ਜੀ ਦੀ ਪਾਵਨ ਬਾਣੀ ਦੇ ਸੋਦਰ ਦੇ ਪਾਠ ਉਪਰੰਤ ਗੁਰਬਾਣੀ ਦੇ ਕੀਰਤਨ ਆਪ ਜੀ ਨੇ ਬੜੇ ਪ੍ਰੇਮ ਅਦਬ ਸਹਿਤ ਗੁਰੂ ਸਵਾਰਿਆਂ ਪਾਸੋਂ ਸ਼ਰਵਣ ਕੀਤੇ ਹਨ। ਭਗਤ ਰਵਿਦਾਸ ਸਾਹਿਬ ਮਹਾਰਾਜ ਦੀ ਉਚਾਰਨ ਕੀਤੀ ਹੋਈ ਪਾਵਨ ਬਾਣੀ ਦੀ ਲੜੀਵਾਰ ਕਥਾ ਵਿਚਾਰ ਆਪਾਂ ਰੋਜ਼ਾਨਾ ਸ਼ਾਮਾਂ ਦੇ ਦੀਵਾਨਾਂ ਵਿੱਚ ਹਾਜ਼ਰੀ ਭਰਦਿਆਂ ਹੋਇਆਂ ਮਹਾਨ ਸਤਿਪੁਰਖਾਂ ਦੇ ਇਸ ਪਾਵਨ ਉਪਦੇਸ਼ ਨੂੰ ਸਮਝਣ ਦਾ ਯਤਨ ਕਰਦੇ ਹਾਂ। ਆਪ ਜੀ ਨੇ ਜੋ ਮੁਬਾਰਕ ਸ਼ਬਦ ਬਾਬਾ ਰਵਿਦਾਸ ਸਾਹਿਬ ਮਹਾਰਾਜ ਦਾ ਸ਼ਰਵਣ ਕੀਤਾ ਹੈ, ਸੂਹੀ ਰਾਗ ਦੇ ਵਿੱਚੋਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਅੰਕ ਨੰਬਰ 793 ਅਤੇ 94 ਉੱਤੇ ਇਹ ਪਾਵਨ ਸ਼ਬਦ ਸੁਸ਼ੋਭਿਤ ਹੈ। ਇਸ ਰਾਗ ਵਿੱਚ ਕੁੱਲ ਭਗਤ ਰਵਿਦਾਸ ਜੀ ਦੇ 3 ਸ਼ਬਦ ਦਰਜ ਹਨ ਔਰ ਇਹ ਦੂਸਰਾ ਸ਼ਬਦ ਹੈ। ਇਸ ਦੇ ਰਹਾਉ ਵਾਲੇ ਬੰਦ ਵਿੱਚ ਬਾਬਾ ਰਵਿਦਾਸ ਸਾਹਿਬ ਜੀ ਨੇ ਜ਼ਿਕਰ ਕੀਤਾ ਹੈ, ਹੀ ਮਨੁੱਖ ਤੂੰ ਅਣਜਾਣ ਹੈ। ਅਣਜਾਣ ਦਾ ਅਰਥ ਹੁੰਦਾ ਹੈ ਬੇਸਮਝ। ਜਦੋਂ ਮਨੁੱਖ ਨੂੰ ਕਿਸੇ ਚੀਜ਼ ਬਾਰੇ ਕਹਿ ਲਓ, ਕਿਸੇ ਪੱਖ ਬਾਰੇ ਕਹਿ ਲਓ, ਸਮਝ ਨਾ ਹੋਵੇ, ਸੋਝੀ ਨਾ ਹੋਵੇ, ਤਾਂ ਉਸ ਚੀਜ਼ ਦੀ ਵਰਤੋਂ ਵੀ ਮਨੁੱਖ ਆਪਣੀ ਅਗਿਆਨਤਾ ਦੇ ਕਾਰਨ ਗਲਤ ਢੰਗ ਨਾਲ ਕਰਦਾ ਹੈ।
ਕਿਸੇ ਚੀਜ਼ ਦੀ ਸਮਝ ਹੋਣਾ, ਸੋਝੀ ਹੋਣਾ, ਉਸ ਬਾਰੇ ਪਤਾ ਹੋਣਾ, ਇੱਕ ਬੜੀ ਵੱਡੀ ਪ੍ਰਕਿਰਿਆ ਹੈ ਜਿਹੜੀ ਸਾਨੂੰ ਸਹੀ ਰਾਹ ਦੇ ਉੱਤੇ ਤੋਰਦੀ ਹੈ। ਮੰਨ ਲਓ ਅਸੀਂ ਕਿਸੇ ਮੰਜ਼ਿਲ ਤੇ ਪਹੁੰਚਣਾ ਚਾਹੁੰਦੇ ਹਾਂ, ਸਾਨੂੰ ਰਸਤਾ ਪਤਾ ਨਹੀਂ। ਇੱਕ ਹੈ ਸਾਨੂੰ ਰਾਹ ਦਾ ਪਤਾ ਨਹੀਂ ਹੈ, ਦੂਜਾ ਇਹ ਹੈ ਵੀ ਗਲਤ ਰਾਹ ਫੜ ਬੈਠੇ ਹਾਂ, ਜਿਹੜਾ ਉਸ ਮੰਜ਼ਿਲ ਵੱਲ ਜਾਂਦਾ ਹੀ ਨਹੀਂ। ਜੇ ਤੁਹਾਨੂੰ ਰਸਤੇ ਦਾ ਪਤਾ ਹੈ, ਰਾਹ ਦਾ ਪਤਾ ਹੈ, ਫਿਰ ਤੁਹਾਨੂੰ ਕੋਈ ਦੁਬਿਧਾ ਨਹੀਂ, ਕੋਈ ਸ਼ੱਕ ਸ਼ੁਬਾ ਨਹੀਂ। ਤੁਸੀਂ ਬੜੇ ਆਰਾਮ ਨਾਲ ਉਸ ਰਾਹ ਦੇ ਉੱਤੇ ਤੁਰਦੇ ਹੋ ਤੇ ਆਪਣੀ ਮੰਜ਼ਿਲ ਤੇ ਪਹੁੰਚ ਜਾਂਦੇ ਹੋ। ਮਨੁੱਖ ਦੇ ਅੰਦਰ ਜਿਸ ਗੱਲ ਨੂੰ ਲੈ ਕੇ ਅਣਜਾਣੇਪਨ ਦਾ ਜ਼ਿਕਰ ਬਾਬਾ ਰਵਿਦਾਸ ਸਾਹਿਬ ਜੀ ਨੇ ਕੀਤਾ ਹੈ, ਉਹ ਹੈ ਮਨੁੱਖ ਆਪਣੇ ਜੀਵਨ ਨੂੰ ਸਮਝਣ ਵਾਸਤੇ ਹੀ ਬਹੁਤ ਵੱਡੀ ਗਲਤਫਹਿਮੀ ਵਿੱਚ ਹੈ। ਮਨੁੱਖ ਜਿਸ ਤਰੀਕੇ ਨਾਲ ਸੰਸਾਰ ਨੂੰ, ਜਗਤ ਨੂੰ ਮਾਣ ਰਿਹਾ ਹੈ, ਉਹਦੇ ਵਿੱਚੋਂ ਜਿਹੜੇ ਦੁੱਖ, ਜਿਹੜੀਆਂ ਮੁਸੀਬਤਾਂ, ਜਿਹੜੀਆਂ ਅਲਾਮਤਾਂ ਪੈਦਾ ਹੋ ਰਹੀਆਂ ਹਨ, ਉਹ ਇਹਦੀ ਬੇਸਮਝੀ ਦਾ ਕਾਰਨ ਹਨ। ਇੱਕ ਸ਼ਬਦ ਹੋਰ ਬਾਬਾ ਜੀ ਨੇ ਇਸ ਰਹਾਉ ਦੇ ਬੰਦ ਵਿੱਚ ਵਰਤਿਆ ਹੈ, ਸੌਣਾ। ਕਿਆ ਤੂੰ ਸੋਇਆ, ਤੂੰ ਕਿਉਂ ਸੁੱਤਾ ਹੋਇਆ ਹੈ। ਇੱਥੇ ਕੋਈ ਸਰੀਰਕ ਨੀਂਦ ਦਾ ਜ਼ਿਕਰ ਨਹੀਂ ਕਰ ਰਿਹਾ। ਸਰੀਰਕ ਨੀਂਦ ਦੀ ਇੱਕ ਹੱਦ ਹੁੰਦੀ ਹੈ, ਇੱਕ ਲਿਮਟ ਹੁੰਦੀ ਹੈ। ਵੱਧ ਤੋਂ ਵੱਧ ਕਿੰਨਾ ਕੁ ਮਨੁੱਖ ਸੌਂ ਸਕਦਾ। ਉਹ ਜਿਹੜੀ ਨੀਂਦ ਹੈ ਸਰੀਰ ਦੀ, ਉਹ ਅਖੀਰ ਨੂੰ ਟੁੱਟ ਜਾਂਦੀ ਹੈ ਜਦੋਂ ਸਰੀਰ ਦੀ ਸੌਣ ਦੀ ਲਿਮਟ ਪੂਰੀ ਹੋ ਜਾਏ। ਕੋਈ ਸ਼ੋਰ ਸ਼ਰਾਬਾ ਆਲੇ ਦੁਆਲੇ ਪੈ ਜਾਏ, ਕੋਈ ਆ ਕੇ ਜਗਾ ਦੇਵੇ, ਹਲੂਣਾ ਦੇ ਦੇਵੇ, ਉਹ ਸਰੀਰ ਦੀ ਨੀਂਦ ਟੁੱਟ ਜਾਂਦੀ ਹੈ। ਪਰ ਇੱਕ ਐਸੀ ਨੀਂਦ ਹੈ ਜਿਹੜੀ ਕਦੇ ਨਹੀਂ ਟੁੱਟਦੀ। ਉਹ ਬਿਨਾਂ ਗਿਆਨ ਤੋਂ ਨਹੀਂ ਟੁੱਟ ਸਕਦੀ। ਉਹ ਹੈ ਮਨ ਦੀ ਨੀਂਦ, ਜਿਸ ਨੂੰ ਸਾਹਿਬ ਨੇ ਬਾਣੀ 'ਚ ਕਿਹਾ, ਮਨ ਸੋਇਆ ਮਾਇਆ ਬਿਸਮਾਦ। ਉਹ ਜਿਹੜੀ ਨੀਂਦ ਹੈ ਉਹ ਅਗਿਆਨਤਾ ਦੀ ਨੀਂਦ ਹੈ, ਬੇਸਮਝੀ ਦੀ ਨੀਂਦ। ਉੱਥੇ ਸੌਣ ਤੋਂ ਭਾਵ ਹੈ ਕਿ ਬਿਲਕੁਲ ਵੀ ਐਕਟਿਵ ਨਹੀਂ ਹੈ। ਇੱਕ ਨੁਕਤੇ ਨੂੰ ਸਮਝੀਏ, ਬੰਦਾ ਜਦੋਂ ਸੁੱਤਾ ਹੈ ਤੇ ਇਹਦਾ ਮਤਲਬ ਇਹ ਹੀ ਹੈ ਨਾ ਵੀ ਇਹਦਾ ਸਰੀਰ ਐਕਟਿਵ ਨਹੀਂ, ਸਰੀਰ ਆਰਾਮ ਕਰ ਰਿਹਾ, ਨੀਂਦ ਲੈ ਰਿਹਾ। ਜਦੋਂ ਸਾਡੇ ਜੀਵਨ ਵਿੱਚੋਂ ਕੋਈ ਚੰਗੀ ਭਾਵਨਾ ਪੈਦਾ ਨਾ ਹੋਵੇ, ਕੋਈ ਚੰਗਾ ਫੁਰਨਾ ਵੀ ਸਾਡੇ ਮਨ 'ਚ ਪੈਦਾ ਨਾ ਹੋਵੇ, ਤੇ ਜਦੋਂ ਚੰਗਾ ਫੁਰਨਾ ਪੈਦਾ ਨਹੀਂ ਹੋ ਰਿਹਾ, ਫਿਰ ਚੰਗਾ ਕੰਮ ਬੰਦਾ ਕਿਵੇਂ ਕਰੇਗਾ। ਸਮਝੋ ਵੀ ਇਹ ਐਕਟਿਵ ਨਹੀਂ। ਇਹਨੂੰ ਗੁਰੂ ਸਾਹਿਬ ਬਾਣੀ 'ਚ ਕਹਿੰਦੇ ਵੀ ਸੁੱਤਾ ਹੋਇਆ, ਵੀ ਨਾ ਇਹਦੇ ਅੰਦਰ ਕਦੇ ਚੰਗਾ ਕੋਈ ਖਿਆਲ ਪੈਦਾ ਹੁੰਦਾ, ਨਾ ਉਸ ਚੰਗੇ ਖਿਆਲ ਨੂੰ ਪ੍ਰੈਕਟਿਸ ਕਰਨ ਵਾਸਤੇ ਸਰੀਰ ਰਾਹੀਂ ਕੋਈ ਕਰਮ ਹੁੰਦਾ ਹੈ, ਕੋਈ ਐਕਸ਼ਨ ਹੁੰਦਾ ਹੈ। ਵੀ ਇੱਕ ਨੀਂਦ ਵਿੱਚ ਹੈ ਬੰਦਾ, ਔਰ ਇੰਨੀ ਗੂੜੀ ਨੀਂਦ ਹੈ ਵੀ ਕਦੇ ਟੁੱਟ ਨਹੀਂ ਰਹੀ। ਨਾ ਬੰਜਰ ਭੂਮੀ ਵਰਗਾ ਹੋ ਗਿਆ ਮਨ, ਜਿਵੇਂ ਬੰਜਰ ਜ਼ਮੀਨ ਦੇ ਵਿੱਚ ਫਸਲ ਨਹੀਂ ਨਾ ਪੈਦਾ ਹੁੰਦੀ, ਨਾ ਕੋਈ ਬੀਜ ਡਿੱਗੇ ਤੇ ਨਾ ਫਸਲ ਪੈ ਜੇ, ਉਹ ਡਿੱਗ ਵੀ ਪਵੇ ਤਾਂ ਵੀ ਨਹੀਂ। ਉਹ ਹਾਲਤ ਹੈ ਮਨ ਦੀ ਵੀ ਨਾ ਚੰਗੇ ਵਿਚਾਰਾਂ ਦਾ ਬੀਜ ਪੈਂਦਾ ਹੈ ਤੇ ਨਾ ਕੋਈ ਚੰਗੇ ਗੁਣਾਂ ਦੀ ਖੇਤੀ ਪੈਦਾ ਹੁੰਦੀ, ਚੰਗੇ ਕਰਮਾਂ ਦੀ ਕੋਈ ਫਸਲ ਪੈਦਾ ਹੁੰਦੀ। ਉਸ ਨੂੰ ਗੁਰੂ ਸਾਹਿਬ ਨੇ ਬਾਣੀ ਦੇ ਵਿੱਚ ਨੀਂਦ ਆਖਿਆ। ਉਹ ਨੀਂਦ ਹੈ ਮੋਹ ਦੀ, ਉਹ ਨੀਂਦ ਹੈ ਅਗਿਆਨਤਾ ਦੀ, ਉਹ ਨੀਂਦ ਹੈ ਮਾਇਆ ਦੇ ਚਸਕੇ ਦੀ, ਜਿਹੜੀ ਟੋਟੀ ਨਹੀਂ ਰਹੀ। ਜਦੋਂ ਉਹ ਟੁੱਟੇਗੀ ਉਸ ਨੂੰ ਸਾਹਿਬ ਨੇ ਜਾਗਣਾ ਆਖਿਆ। ਉਹ ਜਾਗ ਕੇਵਲ ਗਿਆਨ ਰਾਹੀਂ ਆਉਂਦੀ ਹੈ। ਯਥਾ ਨੌਵੇਂ ਗੁਰੂਦੇਵ ਜਦੋਂ ਆਪਣੇ ਮੁਬਾਰਕ ਸ਼ਬਦ ਵਿੱਚ ਕਹਿੰਦੇ ਨੇ, ਜਾਗ ਲੇਹੁ ਰੇ ਮਨਾ, ਜਾਗ ਲੇਹੁ ਕਹਾ ਗਾਫਲ ਸੋਇਆ। ਕੀ ਤੂੰ ਗਾਫਲ ਹੋ ਕੇ ਸੁੱਤਾ ਹੋਇਆ ਹੈ। ਤਾਂ ਇੱਥੇ ਵੀ ਸੌਣ ਦਾ ਅਰਥ ਜਿਹੜਾ ਹੈ ਉਹ ਗਾਫਲ ਹੋਣਾ ਹੈ, ਬੇਸਮਝੀ ਵਿੱਚ ਸੁੱਤਾ ਹੋਇਆ ਹੈ ਤੂੰ। ਤੈਨੂੰ ਅਗਿਆਨਤਾ ਦਾ ਝੱਸ ਪੈ ਗਿਆ, ਗਿਆਨਤਾ ਦਾ ਚਸਕਾ ਪੈ ਗਿਆ, ਗਿਆਨਤਾ ਚੰਗੀ ਲੱਗਣ ਲੱਗ ਪਈ। ਬੇਸਮਝੀ ਦੀ ਜ਼ਿੰਦਗੀ ਜਿਹੜੀ ਹੰਡਾਉਣੀ ਉਹ ਵਧੀਆ ਲੱਗਦੀ ਹੈ, ਉਹਦੇ 'ਚੋਂ ਸਵਾਦ ਆਉਣ ਲੱਗ ਪਿਆ, ਰਸ ਆਉਣ ਲੱਗ ਪਿਆ, ਉਹਦੇ 'ਚ ਐਡਜਸਟਮੈਂਟ ਹੋ ਗਈ। ਇਸ ਲਈ ਸਾਹਿਬ ਸਤਿਗੁਰੂ ਨੇ ਇੱਥੇ ਕਿਹਾ ਵੀ ਕਿਆ ਤੂੰ ਸੋਇਆ ਜਾਗ ਇਆਨਾ, ਹੇ ਅਣਜਾਣ ਬੇਸਮਝ ਜਾਗ। ਤੂੰ ਕੀ ਸੁੱਤਾ ਹੋਇਆ ਅਗਿਆਨਤਾ ਵਿੱਚ, ਬੇਸਮਝੀ ਵਿੱਚ। ਤੈਂ ਜੀਵਨ ਜਗ
सच कर जाना। इसे सौण करके, इसे नींद विचों, इसे अज्ञानता विच ही तू संसार दे इस जीवन नूं, जगत जीवन नूं सच करके जान लिया भी ये किहड़ा कदे मुकना। तू पदार्थ नूं भी सदा कायम रहण वाला मनदा है, देह नूं भी सदा कायम रहण वाला, तैनूं लगदा है भी मौत नां दी कोई चीज़ है ही नहीं, जां फिर तैनूं ये भुलेखा है भी सारे ही मरनगे, मैं किहड़ा मरना है। जानी कि तेरे अपने मन विच एक चीज़ का ख्याल हमेशा रखिए, तुसी किसी भी मनुख नूं पुछोगे ना भी बंदा ओड़क नूं मरदा है कि नहीं, वो कहेगा हाँ मरदा है, मरदा क्यों नहीं। फिर गुरु साहब ने बाणी च क्यों आख्या भी लोगों को मौत का पता नहीं। पता किनूं नहीं है, संसार हर एक नूं पता है भी ओड़क नूं मरना है, ओड़क नूं देही ने खत्म हो जाना है। यह है केवल बौद्धिक जानकारी है सानू भी मरना, पर यह जानकारी साडे जीवन दे अंदर दे एहसास नूं बदल नहीं सकती। चेते च रखियो, जानकारी का की है, जानकारी तो मैनूं भी हो सकती भी गुरु ग्रंथ साहब के शब्द का यह अर्थ बनता, ये जानकारी है, ये आत्मक ज्ञान नहीं। चेते विच रखना, आत्मक ज्ञान की होएगा जदों मैं सतगुरां दे इस शब्द दे भाव नूं अपने मन विच अनुभव महसूस करके अपने एहसास भी गुरबाणी लई जगा लै, गुरबाणी राही अंदर नूं जगा लिया, तो वह आत्म ज्ञान मैं रोज़ वरत्या करांगा, फिर मैं आत्म ज्ञानी हाँ। तो जानकारी विच ते ज्ञान नूं हंडाउण विच एक थोड़ा जिहा फासला है। जदों वो मिट जाता है ना, फिर ही वो चीज़ जदों इंप्लीमेंट होंदी है जिंदगी विच, लाइफ विच, मन विच, तो फिर असीं वो आत्म ज्ञानी बनदा है। सही अर्थां विच ज्ञानी हुंदे ही प्रणवत नानक ज्ञानी कैसा होए, आप पछाणै बूझै सोए। जदों आपे दी खबर हो जाए, बुझ लिया। नहीं तो असीं वो कितनी बार उदाहरण सुनी है भी एक बंदे ने तैराकी बारे पढ़िया भी जे बंदा डुब जाए तो पानी दे विच इन्ने वजन की चीज़ इवें डुब जाती है, जे बंदा डुबन लगे तो उन्होंने अपना साह इवें रोक के अपने हाथ पैर इवें मारने चाहिए ने, जां इस तरह करना चाहिए। जिन्ने भी जो भी उस समय के हालात होंदे ने उहदे बारे किन्ना पढ़ना सुनना एक वक्री खेड है। पर जिहड़े बंदे ने कदे पानी च पैर ही नहीं पाया, उहदियां कल्लियां किताबां पढ़ियां की करनगियां, जदों उन्होंने पता ही नहीं भी इसकी प्रैक्टिस किवें हुंदी है। जे सचमुच ही किते ऐसी स्थिति उहदे लई बन जाए तो की करेगा। हो सकता है उसकी जानकारी पेतली पद्धर की होवे, उस वेले उन्होंने इंप्लीमेंट ना कर पाए, तो केवल सुन लैण नाल भी इवें तरिया जाता। हाँ जे उन्होंने इंप्लीमेंट कर लिया, जे उतना उवें दी प्रैक्टिस उन्हें कीती भी है, तो फिर सचमुच ही वो सही अर्थां विच तैराक है, फिर वो ज्ञानी है। नहीं तो उन्होंने जानकारी है, केवल पता है केवल भी इवें हो जाता हुंदा, फार्मूला पता है पर वरत्या किते नहीं गया। तो जदों सतगुरु बाणी विच आखदे ना भी अपने ये समझ रख, समझ का मतलब ये हुंदा है भी एहसास कर भी किवें जगत मिट रहा। जब जिस दिन तेरा एहसास जाग पवेगा तू ज्ञानी हो जाएगा, तेन समझ पाएगी भी संसार मिट रहा है, फिर तेरे अंदर गुरूर कादा, फिर तू किसी चीज़ की हौमे नहीं करेगा। फिर तेनों लगेगा हौमे करना तो मूर्खां का काम है। जिहड़ी चीज़ की मैं हौमे करदा जदों रहनी ही नहीं, उहदी हौमे का अर्थ की है। फिर तेनों लगेगा पराया हक मार के साधन इकट्ठे करने ये मूर्खां का काम है। जदों रहना ही कख नहीं तो क्यों ना अपना हक ही खाधा जाए, गुजारा करना है अपने हक नाल कीता जाए, फिर तेरे जीवन का ढंग तरीका बदल जाएगा। फिर तू दूजे दे हक विच अधिकार विच दखल अंदाजी नहीं करेगा। साहब सतगुरु महाराज ने इसे करके मुबारक बाणी, और जिंदगी कितनी सौखी है, जिनी चलन जाणिया से क्यों करें विथार, चलन सार ना जाननी काज सवारण हार। जिस मनुख नूं बंदा जानदा नहीं, जिस मनुख नाल वैर कोई नहीं, जिस मनुख नाल कोई वंड विहार नहीं, उहदा भी गला रेत दिंदा बंदा केवल उसनूं लुट्टण खातर, बर्बाद करन खातर, उसका सब कुछ खो लैण खातर। क्यों? अंदर एक इच्छा है मेरे कोल सारा कुछ आ जाए।
ਤੇ ਪਤਾ ਆਪਣਾ ਘੜੀ ਦਾ ਨਹੀਂ, ਪਤਾ ਆਪਣਾ ਪਲ ਦਾ ਨਹੀਂ ਵੀ ਰਹਿਣਾ ਕਿ ਨਹੀਂ ਰਹਿਣਾ। ਤਾਂ ਉਹ ਸਤਿਗੁਰੂ ਨੇ ਕਿਹਾ ਕਾਇਆ ਹੰਸ ਕਿਆ ਪ੍ਰੀਤ ਹੈ, ਜੇ ਪਿਆ ਹੀ ਛੱਡ ਜਾਏ, ਇਸ ਨੂੰ ਕੂੜ ਬੋਲ ਕੇ ਖਵਾਲੀਐ, ਜੇ ਚੱਲਦਿਆਂ ਨਾਲ ਨਾ ਜਾਏ। ਉਹਨਾਂ ਦੇ ਜੀਵਨ ਦਾ ਮਿਆਰ ਹੀ ਵੱਖਰਾ ਬਣ ਜਾਂਦਾ। ਉਹ ਸਾਡੇ ਵਾਲੀਆਂ ਤੰਗੀਆਂ ਤੁਰਸ਼ੀਆਂ ਤੋਂ ਕਿਤੇ ਮੁਕਤ ਹੁੰਦੇ ਨੇ। ਉਹਨਾਂ ਦਾ ਕਰਮ ਮੈਲਾ ਨਹੀਂ ਹੁੰਦਾ, ਉਹਨਾਂ ਦੀ ਸੁਰਤ ਮੈਲੀ ਨਹੀਂ ਹੁੰਦੀ, ਉਹਨਾਂ ਦਾ ਬੋਲ ਮੈਲਾ ਨਹੀਂ ਹੁੰਦਾ। ਮਨ ਕਰਕੇ, ਬਚਨ ਕਰਕੇ, ਕਰਮ ਕਰਕੇ ਉਹ ਪਵਿੱਤਰ ਹੋ ਜਾਂਦੇ ਨੇ, ਕਿਉਂਕਿ ਉਹਨਾਂ ਦੇ ਅੰਦਰ ਕੋਈ ਚੀਜ਼ ਜਿਉਂਦੀ ਹੈ, ਉਹ ਅਹਿਸਾਸ। ਉਹ ਜਗਤ ਨੂੰ ਬਣਦਾ ਵੇਖ ਰਹੇ ਨੇ ਤੇ ਚੱਲਦਿਆਂ ਢਹਿੰਦਾ ਵੀ ਵੇਖ ਰਹੇ ਨੇ। ਉਹਨਾਂ ਨੂੰ ਉਸ ਸੱਚ ਦਾ ਗਿਆਨ ਹੈ ਜੋ ਸਭ ਥਾਂ ਵਾਪਰ ਰਿਹਾ। ਤੋ ਗਰੀਬ ਨਵਾਜ ਪਾਤਸ਼ਾਹ ਜੀ ਆਰੰਭ ਦੇ ਬਚਨ ਵਿੱਚ ਆਖਦੇ ਨੇ, ਇਸੇ ਭਾਵ ਦੀ ਵਿਆਖਿਆ ਕਰਦਿਆਂ ਕਹਿੰਦੇ ਨੇ, ਜੋ ਦਿਨ ਆਵੈ ਸੋ ਦਿਨ ਜਾਹੀ। ਜ਼ਿੰਦਗੀ ਦੇ ਜਿਹੜੇ ਦਿਨ ਆਉਂਦੇ ਨੇ ਉਹ ਗੁਜ਼ਰ ਜਾਂਦੇ ਨੇ। ਇਹਦਾ ਭਾਵ ਹੈ ਕਿ ਵਕਤ, ਸਮਾਂ ਖਲੋਂਦਾ ਨਹੀਂ, ਦੌੜਿਆ ਜਾ ਰਿਹਾ। ਤੇ ਚੇਤੇ 'ਚ ਰੱਖਿਓ, ਜਿਹੜਾ ਸਮਾਂ ਗੁਜ਼ਰ ਰਿਹਾ ਹੈ ਨਾ, ਉਹ ਸਰੀਰ ਨੂੰ ਵੀ ਨਾਲੋਂ ਨਾਲ ਪੁਰਾਣਾ ਕਰਕੇ ਜਾ ਰਿਹਾ। ਬੜੀ ਬਾਕਮਾਲ ਉਦਾਹਰਣ ਬਾਬਾ ਸ਼ੇਖ ਫਰੀਦ ਸਾਹਿਬ ਨੇ ਵਰਤੀ ਹੈ। ਉਹਨਾਂ ਨੇ ਜ਼ਿਕਰ ਕੀਤਾ ਹੈ, ਜਿਉਂ ਦਰਿਆ ਵੈ ਢਾਹਾ। ਦਰਿਆ ਦਾ ਪਾਣੀ ਵਗਦਾ ਲਗਾਤਾਰ, ਤੇ ਵਗਦਾ ਪਾਣੀ ਇੱਕ ਕੰਮ ਕਰਦਾ ਹੈ ਵੀ ਕੰਢਿਆਂ ਦੀ ਮਿੱਟੀ ਖੋਰਦਾ ਜਾਂਦਾ। ਪਾਣੀ ਨੇ ਤਾਂ ਵਗਣਾ ਹੀ ਹੁੰਦਾ। ਪਾਣੀ ਆਪਣੀ ਰਫ਼ਤਾਰ ਨਾਲ, ਆਪਣੀ ਸਪੀਡ ਨਾਲ, ਆਪਣੇ ਵਹਿਣ ਮੁਤਾਬਕ ਚੱਲਦਾ ਹੈ, ਪਰ ਨਾਲ ਨਾਲ ਕੰਢਿਆਂ ਦੀ ਮਿੱਟੀ ਵੀ ਖੋਰੀ ਜਾਂਦਾ। ਸਮਾਂ ਤਾਂ ਲੰਘ ਹੀ ਰਿਹਾ, ਪਰ ਸਮੇਂ ਨੇ ਸਾਨੂੰ, ਸਮੇਂ ਦੇ ਗਰਭ ਵਿੱਚੋਂ ਅਸੀਂ ਪੈਦਾ ਹੋਏ, ਸਮੇਂ ਨੇ ਸਾਨੂੰ ਬਚਪਨ ਤੋਂ ਜਵਾਨੀ ਦੇ ਰੁੱਖ ਵੱਲ ਖੜਿਆ। ਇਸ ਸਮੇਂ ਨੇ ਸਾਨੂੰ ਹੁਣ ਬੁਢੇਪੇ ਵੱਲ ਧੱਕਾ ਦਿੱਤਾ, ਤੇ ਸਮਾਂ ਹੀ ਸਾਨੂੰ ਆਪਣੇ ਆਗੋਸ਼ ਵਿੱਚ ਲੈ ਕੇ ਲੁਕੋ ਵੀ ਲਵੇਗਾ। ਇਸ ਸਮੇਂ ਦੀ ਮਾਰ ਜਿਹੜੀ ਹੈ ਉਹ ਸਾਡੇ ਜੀਵਨ ਦੇ ਉੱਤੇ ਲਗਾਤਾਰ, ਸਮਾਂ ਸਾਨੂੰ ਹੰਢਾਈ ਵੀ ਜਾ ਰਿਹਾ। ਸਮਾਂ ਸਾਨੂੰ ਜੀਵਨ ਦੇ ਵੱਖਰੇ ਵੱਖਰੇ ਰੰਗ ਵਿਖਾ ਦਿੰਦਾ। ਇਸ ਕਰਕੇ ਵਕਤ ਗੁਜ਼ਰਦਾ ਗੁਜ਼ਰਦਾ ਸਾਨੂੰ ਵੀ ਨਾਲ ਗੁਜ਼ਾਰ ਕੇ ਜਾਂਦਾ ਹੈ, ਹੰਢਾ ਕੇ ਜਾਂਦਾ ਹੈ। ਜੋ ਦਿਨ ਆਵੈ ਸੋ ਦਿਨ ਜਾਹੀ, ਕਰਨਾ ਕੂਚ ਰਹਿਣ ਥਿਰ ਨਾਹੀ। ਕੂਚ ਦਾ ਮਤਲਬ ਹੁੰਦਾ ਹੈ ਚਲਾਣਾ ਕਰਨਾ, ਅੱਗੇ ਨੂੰ ਤੁਰਨਾ। ਵੀ ਇੱਕ ਜਗ੍ਹਾ ਰੁਕਿਆ ਤੇ ਉਦੋਂ ਅੱਗੇ ਨੂੰ ਤੁਰਨਾ ਹੁੰਦਾ ਹੈ। ਜਿਵੇਂ ਕੋਈ ਕਾਫਲਾ ਕਿਤੇ ਜਾਂਦਾ ਹੈ ਤੇ ਉਹ ਕਾਫਲੇ ਨੇ ਇੱਕ ਜਗ੍ਹਾ ਤੇ ਟਿਕਾਣਾ ਕੀਤਾ ਤੇ ਉਹਨਾਂ ਨੂੰ ਹੁਕਮ ਹੋਇਆ ਵੀ ਚਲੋ ਹੁਣ। ਉਹ ਚਲਾਣੇ ਦੇ ਸਮੇਂ ਨੂੰ ਕਿਹਾ ਜਾਂਦਾ ਹੈ, ਤੁਰਨ ਦੇ ਸਮੇਂ ਨੂੰ ਕਿਹਾ ਜਾਂਦਾ ਹੈ, ਅਗਲੇਰੇ ਸਫ਼ਰ ਨੂੰ ਕਿਹਾ ਜਾਂਦਾ ਹੈ ਕੂਚ ਕਰਨਾ। ਕਹਿੰਦੇ ਨੇ ਇੱਥੇ ਤੂੰ ਬੈਠਾ ਨਹੀਂ ਰਹਿ ਸਕਦਾ, ਜਿੱਥੇ ਤੂੰ ਇਸ ਸਥਿਤੀ 'ਚ ਹੈ ਨਾ ਇਸ ਵੇਲੇ, ਜਿਹੜੀ ਇਹ ਸਥਿਤੀ ਸਦਾ ਬਣੀ ਨਹੀਂ ਰਹਿਣੀ। ਨਾ ਇੱਥੇ ਤੂੰ ਥਿਰ ਰਹਿ ਸਕਦਾ ਹੈ, ਨਾ ਇਸ ਵਕਤ ਨੇ ਟਿਕੇ ਰਹਿਣਾ ਹੈ, ਨਾ ਸਰੀਰ ਨੇ ਇੱਥੇ ਜਗ੍ਹਾ ਟਿਕੇ ਰਹਿਣਾ ਹੈ, ਨਾ ਸਥਿਤੀ ਇਹੋ ਜਿਹੀ ਰਹਿਣੀ। ਹਰ ਚੀਜ਼ ਨੇ ਬਦਲ ਜਾਣਾ ਹੈ ਸਮੇਂ ਮੁਤਾਬਕ। ਸਿਚੁਏਸ਼ਨ ਨੇ ਬਦਲ ਜਾਣਾ ਹੈ, ਸਰੀਰ ਦੀ ਅਵਸਥਾ ਨੇ ਬਦਲ ਜਾਣਾ ਹੈ, ਮਨ ਦੀ ਅਵਸਥਾ ਨੇ ਬਦਲ ਜਾਣਾ ਹੈ, ਆਲਾ ਦੁਆਲਾ ਬਦਲ ਜਾਣਾ ਹੈ, ਹਾਲਾਤ ਬਦਲ ਜਾਣੇ ਨੇ। ਜ਼ਰਾ ਸੋਚ ਕੇ ਵੇਖੀਏ, ਆਪਣੇ ਜਨਮ ਤੋਂ ਲੈ ਕੇ ਜਦੋਂ ਤੋਂ ਅਸੀਂ ਹੋਸ਼ ਸੰਭਾਲੀ ਜ਼ਿੰਦਗੀ ਦੇ ਇਸ ਪੜਾਅ ਤੱਕ, ਜਿੰਨੀ ਅੱਜ ਸਾਡੀ ਉਮਰ ਹੈ, ਕਦੇ ਸੋਚੋ ਕਿਹੜੀ ਚੀਜ਼ ਉਹੋ ਜਿਹੀ ਰਹੀ ਹੈ ਪਹਿਲਾਂ ਵਰਗੀ। ਨਾ ਸਰੀਰ ਉਹੋ ਜਿਹਾ ਰਿਹਾ, ਨਾ ਮਨ ਦੀ ਅਵਸਥਾ ਉਹੋ ਜਿਹੀ ਰਹੀ, ਨਾ ਸਾਡੀਆਂ ਸਿਚੁਏਸ਼ਨਸ ਉਹੋ ਜਿਹੀਆਂ ਰਹੀਆਂ, ਨਾ ਹਾਲਾਤ ਉਹੋ ਜਿਹੇ ਰਹੇ। ਹਰ ਚੀਜ਼ ਬਦਲਦੀ ਰਹੀ ਹੈ। ਤੇ ਜੋ 40 ਸਾਲਾਂ 'ਚ 60 70 ਵਾਪਰਦਾ ਤੁਸੀਂ ਵੇਖਿਆ, ਤੇ ਜਿੰਨੀ ਕੁ ਰਹਿ ਗਈ ਉਦੋਂ ਨਾ ਵਾਪਰੇਗਾ। ਉਹ ਵੀ ਇਹੋ ਜਿਹਾ ਹੀ ਵਕਤ ਹੋਏਗਾ, ਉਦੋਂ ਵੀ ਇਹੋ ਕੁਝ ਹੀ ਹੋਣਾ। ਕਰਨਾ ਕੂਚ ਰਹਿਣ ਥਿਰ ਨਾਹੀ। ਤੂੰ ਉੱਥੇ ਸਦਾ ਟਿਕਿਆ ਨਹੀਂ ਰਹਿ ਸਕਦਾ, ਨਾ ਤੇਰੀ ਦੇਹੀ ਕਾਇਮ ਰਹਿ ਸਕਦੀ ਹੈ। ਅਗਲੇ ਸਫ਼ਰ ਲਈ ਰਵਾਨਾ ਹੋਣਾ ਇਹ ਪਰਮ ਸੱਚ ਹੈ। ਫਿਰ ਆਖਦੇ ਨੇ, ਸੰਗ ਚਲਤ ਹੈ ਹਮ ਭੀ ਚਲਣਾ। ਸੰਗ ਜਾ ਰਿਹਾ ਹੈ, ਸਾਥ ਜਾ ਰਿਹਾ ਹੈ, ਤੇ ਤੈਨੂੰ ਵੀ ਤੁਰਨਾ ਪਏਗਾ। ਤੂੰ ਸਾਥ ਨਾਲੋਂ ਕੁਝ ਵੱਖਰਾ ਥੋੜ੍ਹੀ ਹੈ, ਤੂੰ ਵੀ ਉਸ ਸਾਥ ਦਾ ਹਿੱਸਾ ਹੈ। ਬਜ਼ੁਰਗ ਚਲੇ ਗਏ, ਮਾਂ ਬਾਪ ਚਲੇ ਗਏ, ਜਾ ਰਹੇ ਹਨ, ਮਿੱਤਰ ਦੋਸਤ ਜਾ ਰਹੇ ਹਨ, ਆਲੇ ਦੁਆਲੇ ਦੇ ਲੋਕ ਜਾ ਰਹੇ ਹਨ, ਪਦਾਰਥ ਟੁੱਟ ਰਹੇ ਹਨ, ਚੀਜ਼ਾਂ ਪੁਰਾਣੀਆਂ ਹੋ ਰਹੀਆਂ ਹਨ। ਤੂੰ
ਤੂੰ ਵੀ ਉਹਨਾਂ ਦੇ ਵਿੱਚ ਹੀ ਹੈ। ਤੂੰ ਉਹਨਾਂ ਤੋਂ ਵੱਖਰਾ ਨਹੀਂ, ਅਲੱਗਾ ਨਹੀਂ। ਦੂਰ ਗਗਨ ਸਿਰ ਉੱਪਰ ਮਰਨਾ। ਮੁਸਾਫਰੀ ਦਾ ਸਫ਼ਰ ਦੂਰ ਦਾ ਹੈ, ਯਾਨੀ ਕਿ ਜ਼ਿੰਦਗੀ ਦਾ ਜਿਹੜਾ ਪੰਧ ਹੈ ਇਹ ਇੱਕ ਮੁਸਾਫਰ ਵਰਗਾ। ਸਫ਼ਰ ਵਿੱਚ ਆ ਅਸੀਂ। ਸਫ਼ਰ ਕਿੰਨਾ ਵੀ ਲੰਮਾ ਹੋਵੇ, ਜ਼ਿੰਦਗੀ ਦਾ ਸਫ਼ਰ ਕਿੰਨਾ ਵੀ ਲੰਮਾ ਹੋਵੇ, ਇਹਨੂੰ ਆਪਾਂ ਸਾਲਾਂ 'ਚ ਮਾਪਦੇ ਹਾਂ ਨਾ, ਬੰਦਾ ਇੰਨੇ ਕੁ ਸਾਲ ਦਾ ਹੈ, 60 70 80 90 100। ਤੇ ਜਿੰਨਾ ਕੁ ਸਫ਼ਰ ਹੈ, ਮੌਤ ਹਰ ਪਲ ਤੇਰੇ ਸਿਰ ਦੇ ਉੱਤੇ ਹੈ, ਚੇਤੇ 'ਚ ਰੱਖ। ਇਹ ਮੌਤ ਰੂਪ ਸ਼ਿਕਾਰੀ ਸਦਾ ਹੀ ਤੇਰੇ ਸਿਰ, ਇਹ ਕਿਹੜੇ ਵੇਲੇ ਤੈਨੂੰ ਦਬੋਚ ਲੈ ਦਾ ਕੋਈ ਦਾਵਾ ਨਹੀਂ। ਅੱਗੇ ਸ਼ਬਦ ਵਰਤਦੇ ਨੇ ਦੂਸਰੇ ਬੰਦ ਦੇ ਵਿੱਚ, ਫਰਮਾਉਂਦੇ ਹਨ, ਜਿਨ ਜੀਓ ਦੀਆ ਸੋ ਰਿਜ਼ਕ ਅੰਬਰ ਆਵੈ। ਇਹ ਮਨੁੱਖ ਤੋਂ ਆਪਣੇ ਪੇਟ ਪੂਰਤੀ ਕਹਿ ਲਓ, ਜਾਂ ਆਪਣੇ ਸਾਧਨਾਂ ਲਈ, ਜਾਂ ਆਪਣੀਆਂ ਸਹੂਲਤਾਂ ਲਈ ਗੁਨਾਹ ਪਾਪ ਪਰਾਏ ਹੱਕ ਵਗੈਰਾ ਇਹ ਸਾਰਾ ਕੁਝ ਕਰਦਾ ਹੈ। ਪਰ ਇੱਕ ਖਿਆਲ ਚੇਤੇ ਵਿੱਚ ਰੱਖ, ਜਿਨ ਜੀਓ ਦੀਆ, ਜਿਸ ਨੇ ਜਿੰਦ ਦਿੱਤੀ ਹੈ, ਸਵਾਸ ਦਿੱਤੇ ਨੇ, ਚੇਤਨਾ ਦਿੱਤੀ, ਸੋ ਰਿਜ਼ਕ ਅੰਬਰ ਆਵੈ। ਉਹ ਵਾਹਿਗੁਰੂ ਆਪ ਹੀ ਸਭਨਾਂ ਨੂੰ ਪਾਲਣ ਵਾਲਾ ਵੀ ਹੈ। ਜਿੱਥੇ ਜਿੱਥੇ ਉਹਨੇ ਜੀਵ ਜਿਹੋ ਜਿਹੇ ਪੈਦਾ ਕੀਤੇ, ਉਹਨਾਂ ਦੀ ਖੁਰਾਕ ਉਹਨੇ ਉੱਥੇ ਉੱਥੇ ਮਿਥੀ ਹੈ। ਸਮੁੰਦਰਾਂ ਦੀ ਗਹਿਰਾਈ ਵਿੱਚ ਰਹਿਣ ਵਾਲੇ ਜੀਵਾਂ ਨੂੰ ਖੁਰਾਕ ਲੈਣ ਵਾਸਤੇ ਪਹਾੜਾਂ ਦੀਆਂ ਚੋਟੀਆਂ 'ਤੇ ਨਹੀਂ ਜਾਣਾ ਪੈਂਦਾ। ਪੱਥਰਾਂ ਪਹਾੜਾਂ ਵਿੱਚ ਰਹਿਣ ਵਾਲੇ ਜੀਵਾਂ ਨੂੰ ਆਪਣੀ ਖੁਰਾਕ ਲੈਣ ਵਾਸਤੇ ਡੂੰਘੇ ਪਾਣੀਆਂ ਵਿੱਚ ਨਹੀਂ ਉਤਰਨਾ ਪੈਂਦਾ। ਉਹਨਾਂ ਦੇ ਵਸੀਲੇ ਉੱਥੇ ਰੱਖੇ, ਜਿੱਥੇ ਜਿਹੋ ਜਿਹਾ ਜੀਵ ਪੈਦਾ ਹੋਇਆ ਉੱਥੇ ਉਹੋ ਜਿਹੀ ਖੁਰਾਕ, ਉਹਦੀ ਜ਼ਿੰਦਗੀ ਬਣਾ ਦਿੱਤੀ ਗਈ ਹੈ। ਮਨੁੱਖਤਾ ਨੇ ਸਦੀਆਂ ਸਫ਼ਰ ਕੀਤਾ ਹੈ। ਕੋਈ ਬਰਫਾਂ 'ਚ ਰਹੇ, ਜਿਉਂਦੇ ਰਹੇ ਨਾ ਆਖਰ, ਉਹਨਾਂ ਨੇ ਜੀਣ ਦਾ ਉਹੋ ਜਿਹਾ ਵਸੀਲਾ, ਮਾਨਸਿਕਤਾ ਉਹੋ ਜਿਹੀ ਘੜੀ ਗਈ, ਉੱਥੋਂ ਹੀ ਚੀਜ਼ਾਂ ਲੱਭ ਲਈਆਂ ਆਪਣੀ ਜ਼ਿੰਦਗੀ ਜਿਉਣ ਲਈ। ਮਾਰੂਥਲਾਂ 'ਚ ਰਹਿਣ ਵਾਲੇ ਲੋਕਾਂ ਨੇ ਆਪਣੀ ਜ਼ਿੰਦਗੀ ਉਹੋ ਜਿਹੀ ਘੜ ਲਈ। ਕੁਝ ਐਸੀਆਂ ਥਾਵਾਂ ਜਿੱਥੇ ਬਰਸਾਤਾਂ ਹੀ ਬਰਸਾਤਾਂ ਸਨ, ਉੱਥੇ ਰਹਿਣ ਵਾਲੇ ਲੋਕ ਉਹੋ ਜਿਹੇ ਹੋ ਗਏ। ਕੁਦਰਤ ਜਿੱਥੇ ਜਿਸ ਨੂੰ ਪੈਦਾ ਕਰਕੇ ਰੱਖ ਦਿੰਦੀ ਹੈ, ਉਹਨੂੰ ਉਸ ਹਾਲਾਤ ਮੁਤਾਬਕ ਢਲ ਜਾਣ ਦੀ ਸਮਰੱਥਾ ਵੀ ਦੇ ਦਿੰਦੀ, ਤਾਕਤ ਵੀ ਦੇ ਦਿੰਦੀ। ਤੋ ਆਖਦੇ ਹਨ, ਸਭ ਘਟ ਪੀਤਰ ਹਾੜ ਚਲਾਵੇ। ਹਰ ਇੱਕ ਦੇ ਹਿਰਦੇ ਵਿੱਚ ਬੈਠਾ ਉਹ ਹੱਟੀ ਚਲਾ, ਭਾਵ ਉਦਮ ਕਰ ਰਿਹਾ। ਉਦਮ ਦੀ ਤਾਕਤ ਉਹਨੇ ਸਾਡੇ ਅੰਦਰ ਪੈਦਾ ਕੀਤੀ। ਹਟਵਾਣੀਆਂ ਕੀ ਕਰਦਾ? ਸਮੇਂ ਸਿਰ ਦੁਕਾਨ ਤੇ ਜਾਣਾ, ਸਫਾਈ ਕਰਨੀ, ਸਮਾਨ ਲਿਆਉਣਾ, ਸਮਾਨ ਪਾਉਣਾ, ਬੈਠ ਜਾਣਾ, ਗਾਹਕ ਨਾਲ ਡੀਲ ਕਰਨੀ, ਚੀਜ਼ ਵੇਚਣੀ, ਹਰ ਚੀਜ਼ ਉਦਮ ਹੈ ਨਾ। ਹਾੜ ਚਲਾਵੇ ਦਾ ਮਤਲਬ ਵੀ ਅੰਦਰ ਉਦਮ ਕਰਕੇ ਵਸੀਲੇ ਪੈਦਾ ਕਰ ਰਿਹਾ ਉਹ ਆਪ। ਕਿਹਦੀ ਵਜ੍ਹਾ ਕਰਕੇ ਉਦਮ ਕਰਦੇ ਹਾਂ ਅਸੀਂ? ਕਿਹਦੀ ਵਜ੍ਹਾ ਕਰਕੇ ਅਸੀਂ ਵਸੀਲੇ ਲੱਭਦੇ ਹਾਂ? ਅੰਦਰ ਕੁਝ ਹੈ। ਕਹਿੰਦੇ ਨੇ, ਕਰ ਬੰਦਗੀ ਛਾੜ ਮੈਂ ਮੇਰਾ, ਹਿਰਦੈ ਨਾਮ ਸੰਭਾਰ ਸਵੇਰਾ। ਇਸ ਲਈ ਤੈਨੂੰ ਤਾਕੀਦ ਹੈ, ਪ੍ਰੇਰਨਾ ਕਿ ਇਹ ਭਾਈ ਬੰਦਗੀ ਕਰ, ਪਰਮੇਸ਼ਰ ਦੇ ਗੁਣਾਂ ਨਾਲ ਜੁੜ, ਵਾਹਿਗੁਰੂ ਦੇ ਹੋਣ ਦਾ ਅਹਿਸਾਸ ਕਰ, ਤੇ ਇੱਕ ਔਗਣ ਛੱਡ ਦੇ। ਛਾੜ ਮੈਂ ਮੇਰਾ, ਮੇਰਾ ਹੈ, ਸਭ ਮੇਰੇ ਕੋਲ ਹੋਵੇ, ਸਭ ਮੇਰੇ ਕੋਲ ਹੋ, ਕੰਟਰੋਲ, ਹਰ ਚੀਜ਼ ਦਾ ਕੰਟਰੋਲ ਮੇਰੇ ਕੋਲ ਰਵੇ ਤੇ ਸਦਾ ਹੀ ਰਵੇ, ਇਹ ਖਿਆਲ ਛੱਡ ਦੇ। ਹਿਰਦੈ ਨਾਮ ਸੰਭਾਰ ਸਵੇਰਾ, ਆਪਣੇ ਹਿਰਦੇ ਵਿੱਚ ਪਰਮੇਸ਼ਰ ਦਾ ਨਾਮ ਸੰਭਾਰ। ਸਵੇਰਾ ਦਾ ਮਤਲਬ ਹੈ ਹੁਣ ਸਵਖਤ ਹੈ, ਵੇਲੇ ਸਿਰ। ਵੇਲੇ ਸਿਰ ਇਹਦੋਂ ਪਹਿਲਾਂ ਕਿ ਸਮਾਂ ਜਾ ਜਾਂਦੀ ਹੋ ਜਾਏ, ਚੇਤੇ ਵਿੱਚ ਰੱਖ, ਵੇਲਾ ਸੰਭਾਲ। ਜਨਮ ਸਿਰਾਨੋ ਪੰਥ ਨਾ ਸਵਾਰਾ, ਸਾਂਝ ਪਰੀ ਦਹ ਦਿਸ਼ ਅੰਧਿਆਰ। ਪਰ ਤੇਰੀ ਦਸ਼ਾ ਕੀ ਹੈ ਇਹ ਮਨੁੱਖ? ਜੀਵਨ ਗੁਜ਼ਰਦਾ ਜਾਂਦਾ, ਸਿਰਾਨੋਂ ਗੁਜ਼ਰਦਾ ਜਾ ਰਿਹਾ, ਪੰਥ ਨਾ ਸਮਾਰਾ, ਤੂੰ ਆਪਣੇ ਰਸਤੇ ਨੂੰ ਸਵਾਰਿਆ ਨਹੀਂ, ਜੀਵਨ ਪੰਧ ਨੂੰ ਚੰਗੇ ਢੰਗ ਨਾਲ ਬਤੀਤ ਨਹੀਂ ਕਰ ਰਿਹਾ। ਤੂੰ ਆਪਣੀ ਜ਼ਿੰਦਗੀ ਦਾ ਰਸਤਾ ਵਿਗਾੜੀ ਜਾ ਰਿਹਾ, ਭਾਵ ਟੇਢੇ ਪਾਸੇ ਚੱਲ ਰਿਹਾ ਹੈ, ਵਿਸ਼ੇ ਵਿਕਾਰਾਂ ਵਿੱਚ ਗ੍ਰਸਤ ਹੈ। ਸਾਂਝ ਪਰੀ, ਸਾਰਾ ਦਿਨ ਗੁਜ਼ਰ ਰਿਹਾ, ਭਾਵ ਜ਼ਿੰਦਗੀ ਦਾ ਦਿਨ ਲੰਘਦਾ ਜਾ ਰਿਹਾ, ਹੁਣ ਸਾਂਝ ਭਾਵ ਉਮਰ ਗੁਜ਼ਰ ਗਈ, ਸਾਂਝ ਪੈ ਗਈ। ਜਿਵੇਂ ਸਵੇਰ ਤੋਂ ਬਾਅਦ ਦੁਪਹਿਰ, ਦੁਪਹਿਰ ਤੋਂ ਬਾਅਦ ਰਾਤ, ਸ਼ਾਮ ਨੂੰ ਸਾਂਝ ਪੈ ਜਾਂਦੀ ਹੈ। ਤੋ ਸਾਂਝ ਪਰੀ ਦਹ ਦਿਸ਼, ਫਿਰ ਕੀ ਹੋਏਗਾ? ਚਾਰ ਸਵੇਰੇ ਹਨੇਰਾ ਪੈ ਜਾਣਾ। ਇੱਕ ਮੁਸਾਫਰ ਹੈ, ਜਿਵੇਂ ਮੁਸਾਫਰ ਹੁੰਦਾ ਨਾ ਵੀ ਉਹਨੇ ਸਵਾਹਤਾ ਹੋ ਗਿਆ, ਤੇ ਉਹਨਾਂ ਦਾ ਜਿਹੜਾ ਹੈੱਡ ਹੁੰਦਾ ਸੀ ਉਹ ਕਹਿੰਦਾ ਸੀ ਵੇਲੇ ਵੇਲੇ ਸਿਰ ਸਵਾਹਤੇ ਸਵਾਹਤੇ ਤੁਰੋ, ਆਪਣਾ ਪੈਂਡਾ ਬਹੁਤ ਲੰਮਾ ਹੈ,
ਜਿੰਨਾ ਵੇਲੇ ਸਿਰ ਤੁਰਾਂਗੇ ਮੰਜ਼ਿਲ ਤੇ ਸੌਖੇ ਪਹੁੰਚਾਂਗੇ। ਜਦੋਂ ਸਾਂਝ ਪੈ ਜਾਣੀ ਉਹਨੇ ਕਹਿਣਾ ਵੀ ਹੁਣ ਹਨੇਰਾ ਪਸਰਨ ਲੱਗਿਆ, ਦਿਨ ਗੁਜ਼ਰ ਗਿਆ, ਹਨੇਰਾ ਪਸਰ ਜਾਣਾ, ਆਪਾਂ ਛੇਤੀ ਛੇਤੀ ਪੈਰ ਪੁੱਟੋ, ਜਿੱਥੇ ਪਹੁੰਚਣਾ ਉੱਥੇ ਪਹੁੰਚ। ਇਹੀ ਭਾਵ ਇਹ ਦੱਸਿਆ ਜਾ ਰਿਹਾ ਵੀ ਤੂੰ ਇਸ ਤੋਂ ਪਹਿਲਾਂ ਵੀ ਮੌਤ ਦਾ ਹਨੇਰਾ ਪਸਰ ਜਾਏ, ਆਪਣੇ ਜੀਵਨ ਨੂੰ ਸਵਾਰਨ ਦਾ ਯਤਨ ਕਰ। ਇਹੀ ਤੇਰਾ ਅਵਸਰ, ਇਹ ਤੇਰੀ ਵਾਰ, ਘਟ ਭੀਤਰ ਤੂੰ ਦੇਖ ਵਿਚਾਰ। ਕਹਿ ਰਵਿਦਾਸ ਨਿਦਾਨ ਦੀਵਾਨੇ, ਚੇਤਸ ਨਾਹੀਂ ਦੁਨੀਆ ਫਨ ਖਾਨੇ। हे ਰਵਿਦਾਸ ਆਖ, ਇਵੇਂ ਕਹਿਣਾ ਚਾਹੀਦਾ ਮਨੁੱਖ ਨੂੰ, ਤੂੰ ਨਿਦਾਨ ਹੈ। ਨਿਦਾਨ ਦੀਵਾਨੇ, ਨਿਦਾਨ ਦਾ ਮਤਲਬ ਹੈ ਓੜਕ ਨੂੰ, ਦੀਵਾਨੇ ਹੇ ਗਾਫਲ, ਹੇ ਝੱਲੇ, ਹੇ ਮੂਰਖ ਮਨੁੱਖ, ਓੜਕ ਨੂੰ ਕੀ ਹੋਣਾ ਤੇਰੇ ਨਾਲ। ਇਹ ਸੰਸਕ੍ਰਿਤ ਦਾ ਇੱਕ ਆਪਾਂ ਸ਼ਬਦ ਵਰਤਦੇ ਹਾਂ ਪਰਸ਼ੀਅਨ ਦਾ, ਨਾਦਾਨ। ਨਾਦਾਨ ਦਾ ਮਤਲਬ ਹੁੰਦਾ ਬੇਸਮਝ। ਇਹ ਹੈ ਨਿਦਾਨ। ਨਿਦਾਨ ਦਾ ਮਤਲਬ ਹੈ ਓੜਕ ਨੂੰ, ਅਖੀਰ ਨੂੰ ਵਕਤ ਪਹੁੰਚ ਜਾਣਾ ਹੈ। ਹੇ ਮੂਰਖ ਹੋਸ਼ ਕਰ। ਚੇਤਸ ਨਾਹੀਂ, ਤੂੰ ਚੇਤੇ ਨਹੀਂ ਕਰਦਾ ਮਾਲਕ ਨੂੰ, ਸਿਰਜਣਹਾਰ ਨੂੰ, ਪਾਲਣਹਾਰ ਨੂੰ। ਦੁਨੀਆ ਫਨ ਖਾਨੇ, ਦੁਨੀਆ ਫਨਾ ਖਾਨਾ ਹੈ, ਤਬਾਹੀ ਦਾ ਘਰ ਹੈ, ਖਤਮ ਹੋ ਜਾਣ ਵਾਲੀ ਥਾਂ ਹੈ। ਸਾਹਿਬ ਸਤਿਗੁਰੂ ਕਿਰਪਾ ਕਰਨ, ਇਹ ਸ਼ਬਦ ਦਾ ਭਾਵ ਸਾਡੇ ਮਨਾਂ ਵਿੱਚ ਵਸੇ। ਕਿਆ ਤੂੰ ਸੋਇਆ ਜਾਗ ਆਨਾ, ਤੈਂ ਜੀਵਨ ਜਗ ਸੱਚ ਕਰ ਜਾਣਾ। ਮਹਾਰਾਜ ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਬਖਸ਼ਣ। ਸਭਨਾਂ ਦਾ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।